वंड रहे हो। गुरपूरा चरनी लाया, गुरु पूरे ने अपने चरना दे विच बिठा लिया सानू। आखो सतनाम श्री वाहिगुरू। होर की चीज़ है इस भयंकर कलयुग के अंदर श्री गुरु ग्रंथ साहिब जी वर्गे गुरु किधर लभणगे सानू। बाणी गुरु, गुरु है बाणी, विच बाणी अमृत सारे, भरोसे की दात बख्शे गुरु तुहानू। पूरा गुरु हन, जुगो जुग अटल हन। मन आनंद विच आ जाता है, मान आ जाता है कई बारी कि असी कैसे चंगे कर्म कीते हैं जो सानू ये सोझी पैगी कि गुरु ग्रंथ साहिब जी महाराज ही साडे गुरु हैं। आखो सतनाम श्री वाह। ये भी कोई छोटी गल है नहीं है। पता नहीं केड़ा तप अगे आ गया है, केड़ी भक्ति, केड़ा साडा पुण्य अगे आ गया है, वरना किसी को पूरा गुरु ही नहीं लभदा। दुनिया भटकदी है, कदी केड़े दे गुरु कोल, कदी किधर कदी किधर, वखरी वखरी जगह चेष्टा करती है पान दी रब नू। भाई सारे पहले नाम जपीए, फिर आज की कथा आरंभ की जाएगी। गुरु जी सेवा लैणगे। सारिया ने बड़े ही प्रेम श्रद्धा नाल नाम जपना है, प्रेम नाल। साच कहूँ सुन लियो सब, जिन प्रेम कियो तिन ही प्रभ पायो। बद्दा चट्टी नहीं करनी, है नहीं कि टाइम पास नहीं, बिल्कुल दिलो जपना है। वाहे गुरु 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 वाहे गुरु। वाह वाह। वाहे गुरु 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 वाहे गुरु। 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 गुरपूरा चरनी लाया, गुरपूरा चरनी लाया। हर संग साई पाया, हर संग साई पाया। गुरपूरा चरनी लाया, गुरपूरा चरनी लाया। वाहे गुरु वाहे गुरु वाहे गुरु वाहे गुरु। वाहे गुरु वाहे गुरु वाहे गुरु वाहे गुरु।
ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ। ਪੰਜਵੇਂ ਗੁਰੂ ਨਾਨਕ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਜਿਹਦੇ ਉਪਲਕਸ਼ ਅੰਦਰ ਸੰਗਤਾਂ ਘਰੋਂ ਕਰੀ ਆਪਣੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਜਾਪ ਜਪ ਰਹੇ ਹਨ। ਉਹਨਾਂ ਦੀ ਯਾਦ ਵਿੱਚ ਉਹਨਾਂ ਦਾ ਹੀ ਅੱਜ ਪਾਵਨ ਮੁਖ ਵਾਕ ਹੈ, ਗੁਰ ਪੂਰੈ ਚਰਨੀ ਲਾਇਆ। ਗੁਰੂ ਪੂਰੇ ਨੇ ਸਾਨੂੰ ਆਪਣੀ ਚਰਨਾਂ ਨਾਲ ਲਾ ਲਿਆ ਹੈ, ਯਾਨੀ ਜੋੜ ਲਿੱਤਾ ਹੈ। ਗੁਰੂ ਵਾਲੇ ਅਸੀਂ ਬਣ ਗਏ ਹਾਂ ਤੇ ਪੂਰੇ ਗੁਰੂ ਦੀ ਸ਼ਰਨ ਵਿੱਚ ਬੈਠੇ ਹਾਂ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਹਰ ਸੰਗ ਸਾਈ ਪਾਇਆ। ਹੁਣ ਤਾਂ ਇੱਦਾਂ ਮਹਿਸੂਸ ਹੁੰਦਾ ਹੈ ਕਿ ਗੁਰੂ ਮੇਰੇ ਸੰਗ ਸਦਾ ਹੈ ਨਾਲ, ਹਰ ਵਕਤ ਹੀ ਸਾਈ ਨਜ਼ਰ ਆ ਰਿਹਾ ਹੈ। ਕੋਈ ਐਸੀ ਜਗ੍ਹਾ ਨਜ਼ਰ ਨਹੀਂ ਆਉਂਦੀ ਜਿੱਥੇ ਗੁਰੂ ਜੀ ਨਜ਼ਰ ਨਾ ਆਉਣ। ਹਰ ਗੱਲ ਤੇ, ਦੁਨਿਆਵੀ ਗੱਲ ਤੇ, ਧਾਰਮਿਕ ਗੱਲ ਤੇ ਖੜਾ ਨਜ਼ਰ ਆਉਂਦਾ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਅਵਸਥਾ ਹੈ। ਸਤਿਗੁਰੂ ਮਹਾਰਾਜ ਜੀ ਦੀ ਅਵਸਥਾ ਬਣੀ ਪਈ ਸੀ, ਉਹਨਾਂ ਨੂੰ ਦਿਖਦੇ ਸਨ। ਜਹ ਜਾਈਏ ਤਹਾਂ ਸੋਹਿਲੇ। ਹੁਣ ਤੇ ਜਿੱਥੇ ਵੀ ਜਾਵਾਂਗੇ ਪੂਰਾ ਭਰੋਸਾ ਹੈ ਗੁਰੂ ਤੇ, ਉੱਥੇ ਚੰਗੀ ਖਬਰ ਹੀ ਆਣੀ ਹੈ, ਸੁਹੇਲਾ ਹੀ ਹੋਣਾ। ਆਖੋ ਸਤਨਾਮ ਸ਼੍ਰੀ। 100% ਵਿਸ਼ਵਾਸ, ਭਰੋਸਾ। ਇਹ ਜਿਸ ਦਿਨ ਆ ਗਿਆ ਨਾ ਤੇ ਤੁਸੀਂ ਬਾਰਿਸ਼ ਪੈਣ ਤੋਂ ਪਹਿਲੇ ਹੀ ਛਤਰੀ ਦਾ ਇੰਤਜ਼ਾਮ ਕਰ ਲੋਗੇ ਘਰ ਵਿੱਚ। ਆਖੋ ਸਤਨਾਮ ਸ਼੍ਰੀ। ਕੋਈ ਕਵੇ ਨਾ ਮੀਂਹ ਨਹੀਂ ਪੈ ਰਿਹਾ, ਖੇਤੀ ਸੁੱਕ ਗਈ, ਉਹ ਭਲੇ ਪੁਰਖਾ ਅਰਦਾਸ ਕਰਤੀ ਹੈ ਗੁਰੂ ਅੱਗੇ, ਹੁਣ ਪਹਿਲੇ ਛਤਰੀ ਵੀ ਲੈ ਜਾਏ ਨਾ ਹੋਏ ਉੱਧਰ ਜਾ ਕੇ ਕੱਪੜੇ ਭਿੱਜਣ। ਆਖੋ ਸਤਨਾਮ ਸ਼੍ਰੀ। ਜਿਹਦੇ ਹੱਥ ਛਤਰੀ ਆ ਗਈ ਨਾ ਭਰੋਸੇ ਦੀ, ਉਹ ਤੇ 100% ਜਿੱਤੇਗਾ, ਹਾਰੇਗਾ ਕਦੀ ਨਹੀਂ। ਉਹ ਨਾ ਹਾਰਨ ਦੇਣਗੇ ਸਤਿਗੁਰੂ ਨੂੰ, ਨਾ ਉਹਦੀ ਪਿੱਠ ਲੱਗਣ ਦੇਣਗੇ, ਕਿਉਂਕਿ ਉਹਨੂੰ ਭਰੋਸੇ ਦੀ ਰਾਤ ਗੁਰੂ ਨੇ ਬਖਸ਼ੀ ਹੈ। ਗੁਰੂ ਅਰਜਨ ਦੇਵ ਜੀ ਇਹ ਹੰਕਾਰ ਵਿੱਚ ਗੱਲਾਂ ਨਹੀਂ, ਮਾਣ ਵਿੱਚ ਕਹਿ ਰਹੇ ਹਨ। ਮਾਨ ਕਰੂੰ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ, ਹਮ ਅਪਰਾਧੀ ਸਦ ਭੂਲਤੇ ਤੁਮ ਬਖਸ਼ਨਾਰੇ। ਇਹ ਨੀਵੇਂ ਮਨ ਦੀ ਨਿਸ਼ਾਨੀ ਹੈ ਕਿ ਅਸੀਂ ਅਪਰਾਧੀ ਹਾਂ, ਭੁੱਲਣਹਾਰ ਹਾਂ, ਔਰ ਤੁਸੀਂ ਬਖਸ਼ਣ ਪਿਤਾ ਹੋ। ਉਹਦੇ ਵਿੱਚ ਇਹ ਮਾਣ ਸ਼ਬਦ ਯੂਜ਼ ਕੀਤਾ ਗਿਆ ਹੈ। ਮਾਣ, ਇੱਕ ਮਾਣ ਹੁੰਦਾ ਹੈ ਹੰਕਾਰ, ਇੱਕ ਮਾਣ ਹੁੰਦਾ ਹੈ ਗੁਰੂ ਉੱਪਰ ਭਰੋਸੇ ਦਾ ਮਾਣ, ਕਿ ਸਾਨੂੰ ਆਪਣੇ ਪ੍ਰਭੂ ਤੇ ਪੂਰਾ ਮਾਣ ਹੈ ਜੀ, ਪੂਰਾ ਭਰੋਸਾ। ਕਰ ਕਿਰਪਾ ਪ੍ਰਭ ਮੇਲੇ। ਹੁਣ ਤੇ ਕਿਰਪਾ ਹੀ ਚਾਹੀਦੀ ਹੈ ਤੇ ਪ੍ਰਭੂ ਮੇਲ ਲੈਣਗੇ ਸਾਨੂੰ। ਹਰ ਗੁਣ ਗਾਵੋ ਸਦਾ ਸੁਭਾਈ। ਹਰੀ ਦੇ ਗੁਣ ਗਾਇਆ ਕਰੋ ਸਦਾ ਵਾਸਤੇ, ਹਰ ਵਕਤ ਜ਼ੁਬਾਨ ਤੇ ਵਾਹਿਗੁਰੂ ਹੋਵੇ ਤੁਹਾਡੇ। ਮਨ ਚਿੰਦੇ ਸਗਲੇ ਫਲ ਪਾਵੋ, ਜੀ ਕਾ ਸੰਗ ਸਾਈ। ਉਹ ਮਨ ਚਿੰਦੇ ਫਲ ਪਾਊਗਾ ਭਾਈ, ਉਹ ਹਰ ਜੀ ਦੇ ਨਾਲ ਸਾਈ ਹੈ। ਜੀ ਕਾ ਸੰਗ ਸਾਈ। ਉਸ ਸਤਿਗੁਰੂ ਹਰ ਮਨੁੱਖ ਦੇ ਨਾਲ ਖੜੇ ਹਨ।
ਸਿਰਫ ਉਹਦੇ ਦਿਨ ਕਮੀ ਹੈ ਤੇ ਭਰੋਸੇ ਦੀ ਹੀ ਰਹਿ ਸਕਦੀ ਹੈ, ਵਿਸ਼ਵਾਸ ਦੀ ਕਮੀ ਰਹਿ ਸਕਦੀ ਹੈ। ਪਰ ਉਹ ਖੜੇ ਹਨ, ਆਵਾਜ਼ ਮਾਰਨਗੇ ਨਾ ਜਦੋਂ ਪਿਆਰ ਨਾਲ ਗੁਰਸਿੱਖ, ਤੇ ਸਤਿਗੁਰੂ ਮਹਾਰਾਜ ਬਿਨਾਂ ਕੇ ਆ ਸਕਦੇ ਹਨ, ਆ ਸਕਦੇ ਸਹਾਇਤਾ ਕਰਨ। ਰਹਾਉ ਨਾਰਾਇਣ ਪ੍ਰਾਣ ਆਧਾਰਾ, ਨਾਰਾਇਣ ਸਾਡੇ ਪ੍ਰਾਣ ਆਧਾਰਾ ਬਣ ਗਏ ਹਨ। ਹਮ ਸੰਤ ਜਨਾਰੇ ਨਾਰਾ, ਦੇਖ ਲੋ ਗੁਰੂ ਅਰਜਨ ਦੇਵ ਮਹਾਰਾਜ ਜੀ ਵੀ ਸੰਤਾਂ ਦੀ ਰੇਣ ਮੰਗਦੇ ਹਨ। ਉਹ ਵੀ ਕਹਿੰਦੇ ਹਨ ਕਿ ਸਾਨੂੰ ਸੰਤ ਜਨਾਂ ਦੀ ਧੂੜੀ ਪ੍ਰਾਪਤ ਹੋ ਜਾਵੇ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਸੰਤ ਜਨਾਂ ਦੀ ਰੇਣ ਨਾਲ, ਸੰਤਾਂ ਦੀ ਧੂੜੀ ਵਿੱਚ ਇੰਨੀ ਤਾਕਤ ਹੈ। ਪੂਰਨ ਸਾਧੂ ਬ੍ਰਹਮ ਗਿਆਨੀ, ਇਹਨਾਂ ਦੀ ਧੂੜ ਮਿਲ ਜਾਵੇ ਤੇ ਸਮਝੋ ਜਨਮ ਮਰਨ ਕੱਟ ਸਕਦਾ ਹੈ ਜੀ। ਇੰਨੀ ਬਖਸ਼ਿਸ਼ ਹੁੰਦੀ ਹੈ ਨਾ ਨਾਮ, ਕਹਿੰਦੇ ਇਹਨਾਂ ਦੀ ਵਾਈਬ੍ਰੇਸ਼ਨ ਇੰਨੀ ਹੁੰਦੀ ਹੈ ਕਿ ਇਹਨਾਂ ਦੇ ਕੋਲ ਕੋਈ ਟੱਚ ਵੀ ਕਰ ਜੇ ਨਾ ਸਰੀਰ ਨੂੰ, ਬੋਡੀ ਨੂੰ, ਉਹਦੇ ਵਿੱਚੋਂ ਵੀ ਨਾਮ ਚੱਲਦਾ ਹੁੰਦਾ ਜੀ, ਉਹ ਵੀ ਤੁਹਾਡੇ ਅੰਦਰ ਆ ਜਾਂਦਾ। ਇੰਨੀ ਪਾਵਰ ਵਾਲੇ ਹੁੰਦੇ ਹੈ ਮਹਾਂਪੁਰਸ਼, ਕਿਉਂਕਿ ਰੋਮ ਰੋਮ ਜਪਦੇ ਹੈ ਨਾ, ਰੋਮ ਰੋਮ ਹਰ ਵਾਲ ਇਹਨਾਂ ਦਾ ਵਾਹਿਗੁਰੂ ਜਪ ਰਿਹਾ ਹੁੰਦਾ। ਰੰਗੀ ਰੂਹਾਂ ਹੁੰਦੀਆਂ। ਸੰਤ ਜਨਾ ਰੇ ਨਾਰਾ, ਗੁਰੂ ਅਰਜਨ ਦੇਵ ਜੀ ਨੇ ਵੀ ਇਸ ਪਾਵਨ ਸ਼ਬਦ ਅੰਦਰ ਸੰਤ ਜਨਾ ਦੀ ਰੇ ਨਾਰਾ ਮੰਗੀ ਹੈ। ਪਤਿਤ ਪੁਨੀਤ ਕਰ ਲੀਨੇ, ਪਤਿਤ ਨੂੰ, ਪਾਪੀਆਂ ਨੂੰ ਪੁਨੀਤ ਕਰ ਲੈਂਦੇ ਹਨ। ਪਾਪੀ ਜਨ ਵੀ, ਮਾੜੇ ਬੰਦੇ ਵੀ ਇੱਧਰ ਆ ਕੇ ਸੁਧਰ ਕੇ ਨਾਮ ਜਪਣ ਲੱਗ ਜਾਂਦੇ। ਕਰ ਕਿਰਪਾ ਹਰ ਜਸ ਦੀਨੇ, ਸਤਿਗੁਰੂ ਮਹਾਰਾਜ ਆਪਣੀ ਕਿਰਪਾ ਦੇ ਘਰ ਆ ਕੇ ਹਰੀ ਦਾ ਜਸ ਦੇ ਦਿਓ ਮਹਾਰਾਜ, ਕਥਾ ਦੇ ਦਿਓ, ਵਿਚਾਰ ਦੇ ਦਿਓ। ਬਾਣੀ ਦੀ ਵਿਚਾਰ ਸਭ ਤੋਂ ਜ਼ਰੂਰੀ ਹੈ। ਬਿੱਲੋ ਬਾਣੀ ਵਿਚਾਰ ਸੀ, ਵਿਲੇ ਹੋਣਗੇ ਬਾਣੀ ਦੀ ਵਿਚਾਰ ਸਮਝਣ ਦੀ ਕੋਸ਼ਿਸ਼ ਕਰਨਗੇ ਜੀ। ਪਾਰ ਬ੍ਰਹਮ ਕਰੇ ਪ੍ਰਤਪਾਲਾ, ਪਾਰ ਬ੍ਰਹਮ ਪ੍ਰਤਪਾਲਾ ਕਰਦੇ ਹੈ, ਹਰੀਜਨਾਂ ਦੀ ਨਾ ਪ੍ਰਤਪਾਲਨਾ ਪਾਰ ਬ੍ਰਹਮ ਕਰਦੇ ਹਨ। ਸਦ ਜੀ ਸੰਗ ਰਖਵਾਲਾ, ਹਰ ਜੀ ਦੇ ਰੰਗ ਅੰਗ ਸੰਗ ਹੋ ਕੇ ਰਖਵਾਲੀ ਕਰਦੇ ਹਨ। ਹਰ ਦਿਨ ਰੈਨ ਕੀਰਤਨ ਗਾਈਐ, ਹੁਣ ਤੇ ਦਿਨ ਰਾਤ ਹੀ ਕੀਰਤਨ ਗਾਉਣ ਦਾ ਦਿਲ ਕਰਦਾ ਹੈ। ਦਿਲ ਕਰਦਾ ਹੈ ਕਿ ਦਿਨ ਚੜਿਆ ਹੈ ਤਾਂ ਵੀ ਸੰਗਤ ਕਰੀਏ, ਅੰਮ੍ਰਿਤ ਵੇਲਾ ਹੋਇਆ ਉੱਠ ਕੇ ਪਹਿਲੇ ਜਪਜੀ ਸਾਹਿਬ ਕਰੀਏ। ਹੁਣ ਤੇ ਰਾਤ ਵੀ ਗੁਰੂ ਦੀ ਯਾਦ ਵਿੱਚ ਹੀ ਗੁਜ਼ਰਦੀ ਹੈ। ਕੋਈ ਐਸਾ ਸਮਾਂ ਨਹੀਂ ਜੋ ਅਸੀਂ ਛੱਡੀਏ। ਬੌੜ ਨਾ ਜੋਨੀ ਭਾਈਐ, ਉਹ ਜੋਨੀਆਂ ਵਿੱਚ ਨਹੀਂ ਆਣਗੇ ਜਿਹੜੇ ਇਸ ਅਵਸਥਾ ਤੇ ਚਲੀ ਜਾਣਗੇ ਜੀ। ਉਹਨਾਂ ਨੂੰ ਜੋਨੀ ਨਹੀਂ ਮਿਲੇਗੀ, ਉਹਨਾਂ ਨੂੰ ਦੇਵਤਾ ਜੋਨੀ ਮਿਲ ਸਕਦੀ ਹੈ, ਮਨੁੱਖਾ ਦੇ ਮਿਲ ਸਕਦੀ ਹੈ, ਪਰ ਕਾਵਾਂ ਕੁੱਤਿਆਂ ਗਧਿਆਂ ਦੀ ਜੋਨੀ ਨਹੀਂ ਪੈਣਗੇ। ਉਹ ਨਹੀਂ ਪੈਣਗੇ ਜਿਹੜੇ ਕੀਰਤਨ ਨਾਲ ਦਿਲ ਲਾਉਂਦੇ। ਬਹੁੜ ਨਾ ਜੋਨੀ ਪਾਈ, ਜਿਸ ਦੇਵਾ ਪੁਰਖ ਵਿਧਾਤਾ, ਜਿਨ੍ਹਾਂ ਨੂੰ ਪੁਰਖ ਔਰ ਵਿਧਾਤਾ, ਜਿਨ੍ਹਾਂ ਨੂੰ ਉਹ ਸੱਚਾ ਪੁਰਖ ਦਿੰਦਾ ਹੈ, ਜਿਨ੍ਹਾਂ ਨੂੰ ਬਖਸ਼ਿਸ਼ਾਂ ਦਿੰਦਾ ਹੈ। ਹਰ ਰਸ ਤਿਨਹੀ ਜਾਤਾ, ਉਹਨਾਂ ਨੂੰ ਹਰੀ ਦਾ ਰਸ ਆਉਂਦਾ ਹੈ, ਉਹਨਾਂ ਦੇ ਅੰਦਰ ਪ੍ਰਵਿਸ਼ਟ ਕਰ ਜਾਂਦਾ ਹੈ ਹਰੀ ਦਾ ਰਸ। ਜਮ ਕੰਕਰ ਨੇੜ ਨਾ ਆਇਆ, ਜਮਾਂ ਦੀ ਮਾਰ ਤੋਂ ਬਚ ਜਾਂਦੇ ਹਨ। ਜਮਰਾਜ ਵੀ ਉਹਨਾਂ ਦਾ ਲੇਖਾ ਨਹੀਂ ਛੂ ਸਕਦਾ, ਉਹਨਾਂ ਦੇ ਕੋਲ ਨਹੀਂ ਜਾਂਦੇ। ਉਹਨਾਂ ਦੀ ਰੂਹਾਂ, ਜਮਰਾਜ ਕੋਸੋਂ ਦੂਰ ਹੈ ਉਹਨਾਂ ਕੋਲ। ਸੁਖ ਨਾਨਕ ਸਰਨੀ ਪਾਇਆ, ਕਿਉਂਕਿ ਸੁੱਖਾਂ ਦੇ ਖਜ਼ਾਨੇ ਨਾਨਕ ਸਾਹਿਬ ਉਹਨਾਂ ਦੀ ਸ਼ਰਨੀ ਵਿੱਚ ਉਹ ਜੀਵ ਪਹੁੰਚ ਚੁੱਕਾ ਹੈ। ਉਹ ਜੀਵ ਆਤਮਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਣ ਗਈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਅੱਜ ਬਹੁਤ ਹੀ ਪਿਆਰਾ ਵਿਸ਼ਾ ਲੈਣ ਦੀ ਕੋਸ਼ਿਸ਼ ਕਰਾਂਗੇ, ਬਹੁਤ ਪਿਆਰਾ। ਕਿ ਇੱਕ ਹੁੰਦਾ ਹੈ ਸਮਾਂ ਸਫਲਾ ਕਰਨਾ, ਇੱਕ ਹੁੰਦਾ ਹੈ ਜੀ ਸਮਾਂ ਪਾਸ ਕਰਨਾ, ਜਿਹਨੂੰ ਕਹਿੰਦੇ ਟਾਈਮ ਪਾਸ ਇੰਗਲਿਸ਼ ਵਿੱਚ। ਬਾਬਾ ਨੰਦ ਸਿੰਘ ਜੀ ਦੇ ਵਚਨ ਹਨ ਕਿ ਮਨੁੱਖਾ, ਟਾਈਮ ਪਾਸ ਕਰਨਾ ਬਹਾਦਰੀ ਕੋਈ ਨਹੀਂ ਆ। ਆਪਣੀ ਸ਼ੇਖੀ ਨਾ ਮਾਰਦੀ ਦੁਨੀਆਦਾਰੀ ਕਿ ਮੈਂ ਚੰਗਾ ਟਾਈਮ ਪਾਸ ਕਰ ਰਿਹਾ, ਕੋਈ ਬਹਾਦਰੀ ਨਹੀਂ ਹੈ, ਵੱਡੀ ਗੱਲ ਨਹੀਂ ਹੈ।
टाइम समा सफला करना बहादुरी आ। आखो सतनाम श्री वाह। कर लेंगा, टाइम सफल करना आंदा ही। टाइम पास ते जीव जंतु भी कर रहे हैं। बाहर गली अंदर पशु फिरते हैं जी, तुसी नोट किया होएगा, सारा दिन गुजार लेंदे हैं खा पी के इधर उधर फिरते फिरते। यानी वो पशुओं वाला काम है टाइम पास करना। कई गल्लां बातां रुझ जाते हैं जी, कई टीवी ला लेंदे हैं, चलचित्र लगा लेंदे हैं घर, कई नाटक देखी जाते हैं, कई होर गल्लां विच टाइम पास पता लगता है। 24 घंटे चो 7-8 घंटे सो जाते हैं, 2-3 घंटे खाण पीण च बिता देंदे हैं दिन दे, 6-7 घंटे काम कार च बीत जाते हैं, बाकी गल्लां बातां ही मारते रहते। तो रह की गया? नितनेम कदों किता सिखा, सुखमनी साहब कदों जपी, आसा दी वार का पाठ कदों किता, वाहिगुरू का सिमरन कदों किता, वो चेते ही नहीं। किसी महापुरुष संतां की कथा कदों सुनी, वो गल वल गया ही नहीं। बाकी तो टाइम पास है जो गल्लां सुनाई है, असली तो यही है सफला। उसी विषय के उपर अज बड़ी ही प्यारा कथा, बहुत प्यारी। भाई धिंग जी होए जी, ये गुरु अंगद देव जी को आए हैं। भाई धिंग, इन्हों का मन सी कि गुरु अंगद देव जी के नाल लग के ना सेवा करया करांगा। सेवा नाल जन्म सफल होता है। 4 पदार्थ जे को मांगे साजना की सेवा लागे। हुण धिंग जी गुरु जी अगे चन्ना जी बेनती करके सेवा जुड़ गए हैं। गुरु अंगद देव जी सन दूजे पातशाह, सेवा करते रहे। एक दिन भाई धिंग जी ने हिम्मत मारी तो गुरु अंगद देव जी के अगे खलो के वचन सांझ किते जी। वचन बोलन की हिम्मत, बड़ी हिम्मत चाहिए है गुरु पूरे नाल गल करन से। पर सेवा करके मन साफ हो गया सी, आज वचन भी करने शुरू हो गए। वचन किते, महाराज तन मन दे रोग दूर नहीं होंदे मेरा तन भी रोगी है, मन ते सोग नाल भरिया पिया, अंदर दुखी है बड़ा। आखो सतनाम श्री वाह। किन जान गए महाराज, राह पाओ। आने वाली संगत भी सुनती है, उन्होंने भी प्यादा लगेगा कि तन और मन दे रोग सोग किस तरह दूर होंदे हैं। ज्ञान की गल दसो, हुक्म करो। ते बाबा जी आखते हैं, भाई धिंग जिस कुल का तू आ गया ना, उहदे विच सैन नाई होए, सैन नाई की कुल थी ये धिंग जी। कहते सैन नाई दस कितना तेरा तलिया है, किस तरह तरिया है पता है आप जी नूं? कहते सत्संगत दे वल। भाई धिंग जी जे दुख दूर करना चाहते हो तो सत्संगत दे लड़ लग जाओ। आखो सतनाम श्री वाह। जब उस सैन भगत का जीवन बदल सकता है तो तुहाडा क्यों नहीं बदलेगा? तुसी क्यों बेआसरे होके बेउम्मीद होके गल करते हो? तुसी सत्संग आना शुरू कर दो। उन्होंने 4 वचन किते जी, वो तुहाडे नाल सांझ करते हाँ। सत्संगत विच आके जो 4 वचन गुरु अंगद देव जी ने सानू सारिਆਂ वास्ते उपदेश बख्शे हैं। पहला वचन कहा, जड़ा सेवा सिमरन करता है एक टोआ टप जा। सेवा सिमरन तो अगे भी एक टोया है जी, वो तो इशारा समझ आ गया केड़ा टोया कह रहे हैं गुरु अंगद देव जी। होमे दा दम मारन दा कि मैनू सेवा करनी आ गई। आखो सतनाम श्री वाह। ये है ना टोआ। बाबा जी कहते धिंग जी जड़ा भी व्यक्ति सेवा ते सिमरन करता है एक टोआ और टप जावे, कामना तो बिना सेवा करे। कई आ रहे हैं गुरमुख प्यारे, सेवा बहुत कर रहे हैं दिल लगा के, पर जान वक्त अरदास करते हैं कि मैनू फलानी वस्तु मिल जावे, मेरा बच्चा ठीक हो जावे, मैनू कारोबार मिल जावे, मेरा बिजनेस ठीक हो जावे। ये होंदी है कामना।
ਗੁਰੂ ਅੰਗਦ ਦੇਵ ਜੀ ਨੇ ਭਾਈ ਧਿੰਗ ਜੀ ਨੂੰ ਉਪਦੇਸ਼ ਬਖਸ਼ਿਆ। ਕਹਿੰਦੇ ਭਾਈ ਇਹ ਟੋਇਆ ਹੈ, ਇਹ ਗੱਡਾ ਹੈ, ਇਹ ਤੁਹਾਡੀ ਬੰਦਗੀ ਨੂੰ ਅੱਗੇ ਪਹੁੰਚਣ ਹੀ ਨਹੀਂ ਦੇ ਰਿਹਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕਿਉਂਕਿ ਸਾਰੇ ਕਮਾਈ ਕਰ ਕਰਕੇ ਅਖੀਰ ਵਿੱਚ ਅਰਦਾਸ ਕਰਕੇ ਉਹ ਕਾਮਨਾ ਇੱਛਾ ਧਾਰ ਦਿੰਦੇ ਹੋ, ਫਿਰ ਸਤਿਗੁਰੂ ਤੁਹਾਡੀ ਉਹ ਇੱਛਾ ਪੂਰੀ ਕਰਦਾ ਹੈ। ਭਾਵ ਸੱਚਖੰਡ ਜਾਣ ਦਾ ਰਸਤਾ ਕਲੋਜ਼ ਹੈ, ਬੰਦ ਹੈ, ਕਿਉਂਕਿ ਇੱਛਾ ਤੱਕ ਰਹਿ ਗਏ ਨਾ ਤੁਸੀਂ, ਕਾਮਨਾ ਤੱਕ। ਭਾਈ ਧਿੰਗ ਜੀ ਤਾਂ ਦੁਖੀ ਹੋ, ਤੁਹਾਡਾ ਮਨ ਤਨ ਤਾਂ ਅੰਦਰੋਂ ਦੁਖੀ ਹੈ। ਸਤਿਗੁਰੂ ਮਹਾਰਾਜ ਨੇ ਕਿਹਾ ਕਾਮਨਾ ਰਹਿਤ ਸੇਵਾ ਕਰੋ। ਨਿਸ਼ਕਾਮ ਨੂੰ ਕਿਹਾ ਜਾਂਦਾ ਜਿਹੜਾ ਅਰਦਾਸ ਵੀ ਨਾ ਕਰੇ। ਕੋਈ ਕਹਿੰਦੇ ਨਾ ਮੈਂ ਨਿਸ਼ਕਾਮ ਸੇਵਕ ਹਾਂ, ਮੈਂ ਮਾਇਆ ਨਹੀਂ ਲੈਂਦਾ ਗੁਰਦੁਆਰੇ ਤੋਂ, ਭੁੱਲ ਜਾਵੇ। ਨਿਸ਼ਕਾਮਤਾ ਹੋਣੀ ਬੜੀ ਜ਼ਰੂਰੀ ਹੈ। ਉਹ ਨਿਸ਼ਕਾਮਤਾ ਕੁਝ ਅਲੱਗ ਹੈ। ਸੇਵਾ ਕਰਕੇ ਗੁਰੂ ਅੱਗੇ ਕੁਝ ਮੰਗਣਾ ਹੀ ਨਾ, ਉਹ ਨਿਸ਼ਕਾਮਤਾ ਹੈ। ਜੇ ਤੁਸੀਂ ਅਰਦਾਸ ਕਰਵਾ ਲਈ ਗ੍ਰੰਥੀ ਸਿੰਘ ਕੋਲ, ਫਿਰ ਉਹ ਨਿਸ਼ਕਾਮਤਾ ਥੋੜੀ ਨਹੀਂ ਰਹੀ। ਉਹ ਤਾਂ ਮਤਲਬ ਹੀ ਪਿਆਰ ਹੋ ਗਿਆ। ਮੈਂ ਪਾਠ ਕੀਤਾ ਹੈ, ਉਸ ਤੋਂ ਬਾਅਦ ਮੇਰੀ ਮੰਗ ਹੈ ਉਹ ਮੇਰੀ ਗੁਰੂ ਜੀ ਪੂਰੀ ਕਰ ਦੇਣ। ਉਹ ਤਾਂ ਲੈਣ ਦੇਣ ਹੋ ਗਿਆ, ਗੁਰੂ ਨਾਲ ਸੌਦਾ ਹੋ ਗਿਆ। ਤੇ ਭਾਈ ਧਿੰਗ ਜੀ ਨੂੰ ਇਹੀ ਸਮਝਾ ਰਹੇ ਹਨ, ਕਾਮਨਾ ਤੋਂ ਰਹਿਤ ਹੋ ਕੇ ਸੇਵਾ ਕਰੋ। ਜੇ ਗੁਰੂ ਦੀ ਖੁਸ਼ੀ ਚਾਹੀਦੀ ਹੈ ਤਾਂ ਤੇ ਫਿਰ ਤੁਹਾਨੂੰ ਇਹ ਰੂਲ ਰੱਖਣਾ ਪਏਗਾ, ਕਾਮਨਾ ਨਾ ਰੱਖੇ ਆਓ ਸੇਵਾ ਵਿੱਚ। ਦੂਜਾ, ਜਿਹੜਾ ਸਮਾਂ ਵਿਹਲਾ ਹੋਵੇ ਉਹਨੂੰ ਵੀ ਸਫਲਾ ਕਰਨਾ ਸ਼ੁਰੂ ਕਰ ਦਿਓ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜ਼ੋਰ ਦੀ ਬੋਲੋ। ਇਹ ਗੱਲ ਤੁਹਾਡੇ ਬੜੇ ਕੰਮ ਆਉਣ ਵਾਲੀ ਹੈ ਜੀ। ਹੁਣ ਮੈਂ ਤੁਹਾਨੂੰ ਇਹਨਾਂ ਦੀ ਖੋਲ ਕੇ ਸਮਝਾਣਾ ਬੱਚਿਆਂ ਨੂੰ ਕੀ ਕਹਿਣਾ ਚਾਹੁੰਦੇ ਬਾਬਾ ਜੀ। ਕਿਹੜਾ ਵੇਲਾ ਸਮਾਂ? ਪੁੱਛੋ ਮੇਰੇ ਕੋਲ, ਕਿਹੜਾ ਵੇਲਾ ਸਮਾਂ? ਸਤਿਗੁਰੂ ਮਹਾਰਾਜ ਕਹਿੰਦੇ ਧਿੰਗ ਜੀ ਵੇਲਾ ਸਮਾਂ ਉਹ ਹੈ, ਮੰਨ ਲਓ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਦਾ ਨੇਮ ਹੈ ਤੁਹਾਡਾ, ਤੁਸੀਂ ਪਾਠ ਕਰ ਲਿਆ, ਪੰਜ ਬਾਣੀ ਦਾ ਭੁਗਤਾਨ ਕਰ ਲਿਆ, ਸੰਗਤ ਵਿੱਚ ਵੀ ਘੰਟਾ ਆ ਕੇ ਬਹਿ ਕੇ ਕਥਾ ਵੀ ਸੁਣ ਲਈ, ਸਭ ਕੁਝ ਕਰ ਲਿਆ। ਉਸ ਤੋਂ ਬਾਅਦ ਬੰਦਾ ਸੋਚਦਾ ਹੈ ਫਿਨਿਸ਼, ਹੁਣ ਮੈਂ ਵਿਹਲਾ, ਹੁਣ ਮੈਂ ਮਾਰਾਂਗਾ ਗੱਲਾਂ ਤੇ ਗੱਪਾਂ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਦੇਖੋ ਅੱਜ ਤੋਂ ਕਿੰਨੀ ਪੁਰਾਣੀ ਗੱਲ ਹੈ, ਔਰ ਅੱਜ ਵੀ ਇਹ ਗੱਲ ਮੌਜੂਦ ਹੈ। ਗੁਰੂ ਅੰਗਦ ਦੇਵ ਜੀ ਨੂੰ ਪਤਾ ਸੀ ਇਹ ਸਮਾਂ ਆਏਗਾ। ਲੋਕ ਨਿਤਨੇਮ ਕਰਕੇ ਭੱਜੀ ਕਰਨਗੇ ਘਰਾਂ 'ਚ, ਤੇ ਫਟਾਫਟ ਪਹਿਲੇ ਢਿੱਡ ਖਾਲੀ ਕਰਨਗੇ, ਕਹਿਣਗੇ ਆਓ ਪਹਿਲੇ ਗੱਲਾਂ ਕਰੀਏ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਦੁਨਿਆਵੀ ਗੱਲਾਂ ਵੀ ਤਾਂ ਕਰਨੀ ਜ਼ਰੂਰੀ ਹੈ, ਉਹਦਾ ਚਸਕਾ ਲਈਏ ਜਰਾ। ਕਹਿੰਦੇ ਧਿੰਗ ਜੀ ਇਸ ਤਰ੍ਹਾਂ ਗੱਡੀ ਨਹੀਂ ਚੱਲਣੀ। ਉਹ ਜਿਹੜਾ ਸਮਾਂ ਹੈ ਨਾ, ਜਿਹੜਾ ਵੇਲਾ ਸਮਝਦੇ ਹੋ, ਉਹਨੂੰ ਵੀ ਵਾਹਿਗੁਰੂ 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 ਦੇ ਨਾਮ ਵਿੱਚ ਲਾ ਦਿਓ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਤੁਹਾਡੀ ਗੱਲਾਂ ਵੀ ਭਗਤੀ ਬਣ ਜਾਵੇ। ਉਹ ਵੀ ਸਮਝਾਇਆ ਬਾਬੇ ਨੇ ਕਿਸ ਤਰ੍ਹਾਂ। ਧਿੰਗ ਜੀ ਗੱਲਾਂ ਭਗਤੀ ਕਿਵੇਂ ਬਣ ਗਈ? ਤੁਸੀਂ ਵੀ ਪੁੱਛੋਗੇ ਇਹ ਕਿੱਦਾਂ ਚਮਤਕਾਰ, ਗੱਲਾਂ ਭਗਤੀ ਕਿਵੇਂ ਬਣ ਸਕਦੀ? ਗੱਲਾਂ ਦੇ ਅੰਦਰ ਗੁਰੂ ਦੀ ਕਥਾ ਸ਼ਾਮਿਲ ਕਰ ਲਓ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮੰਨ ਲਓ ਤੁਸੀਂ ਕਿਸੇ ਦੇ ਘਰ ਜਾ ਰਹੇ ਹੋ, ਉਹਨੂੰ ਦੁਨਿਆਵੀ ਗੱਲ ਕਰਨ ਤੋਂ ਰੋਕੋ, ਸਟੋਪ ਕਰਾ ਦਿਓ ਉਹਦੇ ਮੂੰਹ, ਉਹਨੂੰ ਕਹੋ ਸੁਣ ਮੈਂ ਤੈਨੂੰ ਕੋਈ ਗੱਲ ਸੁਣਾਣਾ, ਜਾਂ ਤੂੰ ਸੁਣਾ ਫਰੀਦ ਭਗਤ ਦੀ ਕਥਾ, ਸੁਣਾ ਕਿਸੇ ਰਵਿਦਾਸ ਭਗਤ ਦੀ ਕਥਾ, ਸੁਣਾ ਕੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਸੁਣਾ। ਅੱਜ ਕਿਹੜੀ ਵਿਚਾਰ ਹੋਈ ਹੈ, ਹੁਕਮਨਾਮੇ ਦੀ ਕਿਹੜੀ ਕਥਾ ਹੋਈ ਹੈ, ਉਹ ਵਿਚਾਰ ਕਰ ਪੁਰਖਾ। ਉਹ ਰਿਸ਼ਤੇਦਾਰੀ ਵੀ ਤੁਹਾਡੀ ਸੰਗਤ ਬਣ ਜਾਏਗੀ, ਉਸ ਵਕਤ ਭਗਤੀ ਬਣ ਜਾਏਗੀ, ਉਹ ਸਮਾਂ ਵੀ ਤੁਹਾਡਾ ਸਫਲਾ ਹੋ ਜਾਏਗਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਭਾਈ ਸਾਹਿਬ ਗੁਰਸ਼ਰਨ ਸਿੰਘ ਜੀ, ਇਹ ਆਪ ਜੀ ਨੇ ਮਸ਼ਹੂਰ ਹਸਤੀ ਸੁਣੀ ਹੋਗੀ, ਲੁਧਿਆਣੇ ਦੇ ਅੰਦਰ ਬਹੁਤ ਪ੍ਰਚਾਰ ਕਰ ਰਹੇ ਸਿੱਖੀ ਦਾ, ਇਸ ਵਕਤ ਟੌਪ ਤੇ ਚੱਲ ਰਹੇ ਮੀਡੀਆ ਵਿੱਚ। ਭਾਈ ਸਾਹਿਬ ਭਾਈ ਗੁਰਕਪਾਲ ਜੀ ਤੇ ਇਹ ਗੁਰਸ਼ਰਨ ਸਿੰਘ ਜੀ, ਇਹ ਟੌਪ ਲੀਡਰ ਹੋ ਗਏ ਇਸ ਟਾਈਮ। ਇਹਨਾਂ ਦੀ ਗੱਲ ਕਰਦਾ, ਉਹਨਾਂ ਦੇ ਸੇਵਾ ਸਿਮਰਨ ਸਾਧਨਾ ਸਵੇਰੇ ਸ਼ੁਰੂ ਹੋ ਜਾਂਦੀ ਹੈ 4 ਤੋਂ 6 ਮੋਬਾਈਲਾਂ ਤੇ, YouTube ਤੇ ਸਾਰੇ ਮੋਬਾਈਲ ਖੋਲ ਲੈਂਦੇ ਤੇ ਉਹਨਾਂ ਦੇ ਨਾਲ ਨਾਮ ਜਪਦੇ ਹੈ। ਉਹਨਾਂ ਦੀ ਗੱਲ ਕਰਦਾ, ਉਹ ਕਹਿੰਦੇ ਮੈਨੂੰ ਇੱਕ ਪ੍ਰੇਮੀ ਦਾ ਫੋਨ ਆਇਆ ਸੰਗਤ ਵਿੱਚੋਂ, ਕਹਿੰਦੇ ਭਾਈ ਸਾਹਿਬ ਗੁਰਸ਼ਰਨ ਸਿੰਘ ਜੀ ਪਿੱਛੇ ਲੋਕਡਾਊਨ ਸੀ, ਲੋਕਡਾਊਨ ਵਿੱਚ ਉਹਨਾਂ ਨੇ ਰੋਜ਼ਾਨਾ ਪ੍ਰਚਾਰ ਕੀਤਾ ਸੀ ਟੀਵੀ ਤੇ ਨਾ। ਲੋਕ ਵਿਹਲੇ ਹੋ ਗਏ ਸੀ, ਕੰਮ ਕਾਰ ਤੋਂ ਘਰ ਹੀ ਬੈਠੇ ਰਹਿੰਦੇ ਸੀ। ਉਹਨਾਂ ਨੇ ਜਪਜੀ ਸਾਹਿਬ ਜਪਾਣਾ, ਚੌਪਈ ਸਾਹਿਬ ਜਪਾਣਾ ਤੇ ਨਾਲ ਕਥਾ ਕਰਨੀ 2 ਘੰਟੇ ਕੋਈ ਵੀ ਵਿਸ਼ੇ ਤੇ। ਲਾਈਵ ਚੈਨਲ ਉਹਨਾਂ ਦਾ ਹੋ ਗਿਆ ਸੀ ਫਤਿਹ ਟੀਵੀ, ਉਹਨੇ ਲਾਈ ਹੈ ਜੀ ਪੂਰੀ ਲਾਈਵ, ਪੂਰੇ ਲੋਕਡਾਊਨ ਪੂਰਾ 6 ਮਹੀਨੇ ਲਗਾਤਾਰ
उन्होंने अमृत भी छकाए, पता नहीं किन्ने जियां नूं ना टीवी ते अमृत छकाता, किन्ना नूं कह कह के प्रचारक, बड़े तगड़े प्रचारक गुरशरण सिंह। वो कहते मैनू एक फोन आया, कहते फोन की आया सुनने वाला, कहते असी 2-2 घंटे ना फोनां ते मोबाइलों ते लगे रहंदे सी, बड़ा मज़ा आंदा जी फोन गल करते दुनियावी गल्लां। कहते गुरशरण सिंह जी जद दी तुहाडा सिमरन साधना अटैंड की है ना, ऐसा असर होया है हुण ते कहते फोन ते भी कथा कहानियां करते रहने, आखो सतनाम श्री वाह, कोई गल ही नहीं करते। वो कहते वो भी संगत बना ली है, जे फोन आना भी है तो उन्होंने कथा सुना देनी, अगो गुरु की गल सुना देनी, वो भी खुश हो जाता, वाह मेरे कन पवित्र करते भाई, ऐसे गुरमुख प्यारे नूं फोन करो जिन्हें मेरे उपर संगत का असर पाता। तो गुरशरण सिंह का भाव सी कि वेले समय नूं वेला ना समझो, नितनेम हो गया कोई गल नहीं, फिर अगला पड़ाव घर जाके भी बाणी जपनी है, कथा करनी है, उधर भी ध्यान रहे हर वक्त। तीजा वचन भाई पिंग जी नूं किता, अमृत वेला संभालो। जे तुसी चेंजिंग चाहते हो जीवन अंदर, तन का दुख दूर करना चाहते हो तो सजरे उठिया करो भाई पिंग जी, सजरे उठ के इशनान करो, गुरु नाल बनो, दिन राती आराधो प्यारे, निमक ना कीजे ढीला, एक निमक भी ढीला नहीं करनी, ढिल नहीं पानी। हुण तां दिन राती नाम जपन का वेला है भाई पिंग जी, जे तन और मन का दुख दूर करना है। चौथा वचन किता, जदों तेरा मन डोले, कई बार डोल जाता है, उदास ही हो जाते, असीं निराश हो जाते हैं, कहते डोलन ना दिओ, गुरबाणी दी विचार करो, कोई हुक्मनामा ले लो, उहदी विचार शुरू कर दो, विचार पढ़ो तो उहदा विचों तुहानूं दवाई प्राप्त होएगी, दारू, दुखां दी दवाई जिन्हों कहा जाता है, मन की शांति, पीस ऑफ माइंड इंग्लिश जिन्हों कहा जाता है, वो विचार दे विचों मिलती है। गुरु अंगद देव जी कहते बाणी विचारिया करो, देख लो सारी इस 4 वचनों के अंदर जीवन बनाता गुरु अंगद देव जी की, कमाल है। पूछया तो भाई धिंग जी नहीं है वचन, पर भला साढ़े सारियां दा हो रहा, आखो सतनाम श्री वाह। ये है फायदा, ये है बाणी विचारन का फायदा, कथा सुनन का फायदा। इहदे अंदर जिहड़े गुरसिख पहले समय जिहड़ी युक्तियां पुछदे सन ना, वो सानू पता लग जाती है, जिहदे नाल सानू ये भी एहसास होंदा है कि गुरु के टाइम गुरसिख किहो जिहे क्वेश्चन करते सी। देखो प्रश्न कैसे कैसे करते सी गुरु जी दे कोल, किन्ने सोहणे सोहणे सुंदर सुंदर वचन करते सी, वेली गल्लां नहीं पुछदे सी कि साडे घर दा फलाना दुख है जी गुरु जी, साडा वो दूर हो जावे, ये गल्लां नूं नहीं मायना रखदे, वो कोई कथा नहीं छपी। कथावां यही छपियां इतिहास ही जिहड़ी मैं सुना रहा, जिहड़ी मेन तत्व वाली गल करदे सी ना गुरसिख, उन्हां दी छापी गई कथा कि कल नूं संगत सुने तो उन्हां दा भला तो होना चाहिए ना जी, भटक ना जाए ना संगत, उन्होंने पता तो लगे कि गुरु अंगद देव जी की सोच कित्थे तक जाती सी, वो की कहना चाहते सी सानू। जे ये गल्लां विच तुहाडा ध्यान है, घर जाके गल्लां मारनियां है, फलाने फलाने फोन खड़काने हैं, तो छड़ दो ये ख्याल। जे किसी नूं एक अज की कथा असर की है ना, तो 90% सुधर जाओ, घट्टो घट 10% रख लो खाना, 90% तब्दीली अपने जीवन अंदर ला दो कि टाइम पास करना बहादुरी नहीं है, टाइम सफला करना बहादुरी। आखो सतनाम श्री वाह। ये धार लो। जे गुरु अंगद देव जी की खुशी चाहते हो, जे अज की कथा का जरा जी भी असर हो जाए, मैं कहना गुरु करावे, मेरे ऊपर भी कराए, मेरी विच ही अरदास करो कि महाराज चारों वचन जो भाई धिंग जी नूं कीते है, वो साडे जीवन के अंदर असी भी धारीए, असी भी ऐसा बनने की कोशिश करिए, सानू भी रस ना आवे दुनियावी गल्लां, सानू भी मजा आवे गुरु की गल करने च, गुरु की कथा करने च मजा आवे, ऐसी अवस्था मिल जाए। आखो सतनाम श्री वाह। आओ समाप्ति वल वधिए, सारे वाहिगुरु जप के सिमरन। वाहे गुरु वाहे गुरु वाहे गुरु।